जय पीरां दी जी जय साइयां दी महफिल मस्तां दे चैनल विच तुहाडा स्वागत है जी। अज दी इस वीडियो विच आपां एक कर्म दस्सांगे करन लई जिहड़ा कि वीरवार दे दिन तुसीं करोगे तां लाभ जरूर मिलेगा। जेकर ऐतवार दी सेवा करदे हो, किते ऐतवार ते किसी भी दरगाह ते जांदे हो तां ऐतवार दे दिन एक कर्म कर लेना जी। सो आपां इस वीडियो राहीं दस्सांगे जी। सो वीडियो नूं पूरी सुनना समझना जी। सो जेकर कोई साडे चैनल ते पहली बार है तां साडे चैनल नूं सबसक्राइब करो जी। वीडियो शेयर लाइक कमेंट जरूर करना। कमेंटा में जय पीरां दी जय साइयां दी भी जरूर लिखियो जी। सो कुछ इत्थे कमेंटा भी दसांगे। कर्म है कि जेकर किसी की सेहत ठीक नहीं रहिंदी, सो कोई ना कोई प्रॉब्लम जिंदगी विच आई ही रहिंदी है, सो दवाइयां ते ही शरीर लग गया है, सो उन्हां लई ये बहुत ही वधिया कर्म है करन लई। सो विश्वास रख के करना है। कोई भी कर्म करना जदों उन्होंने विश्वास रख के करना कि असीं आह काम करन लगे हैं, कर्म करन लगे हैं, सानूं इहदा लाभ जरूर मिलना। जिवें कि आपां एक सिर दर्द की गोली खाने आ ते वो एक विश्वास हुंदा कि आपां गोली खावांगे तां ही आपां नूं आराम आ सकदा है। सो इसे तरह ना विश्वास रख के कर्म करना कि असीं आह कर्म करन लगे हैं, सानूं इहदे नाल आराम जरूर आवेगा, तां फिर असर करदा है वो कर्म कीता होया। सो हुण इत्थे वीडियो शुरू करते हैं जी। सो इत्थे एक कमेंट आया होया है, इन्हां दा नाम सोनी है। सो ये कहंदे ने कि जेकर पीर मुरशद नाराज़ हो जाते हैं तां फिर की करना चाहिदा है। सो देखो जदों मुरशद लगे कि नाराज़ है ਤਾਂ ਉਹਦੇ ਲਈ ਕੀ ਕਰਨਾ ਆ, ਹਰ ਰੋਜ਼ 2 ਟਾਈਮ ਬੈਠ ਕੇ ਨਾਲੇ ਤੇ ਬੰਦਗੀ ਕਰਨੀ ਆ ਤੇ ਬੰਦਗੀ ਤੋਂ ਬਾਅਦ 2 ਟਾਈਮ ਮਾफ़ी ਮੰਗਣੀ ਹੈ। ਸੋ ਸੇਵਾ ਕਰਨੀ ਸ਼ੁਰੂ ਕਰ ਦਿਓ। ਕੋਈ ਵੀ ਮਾਪਾ ਇੰਨਾ ਨਿਰਦਈ ਨਹੀਂ ਹੁੰਦਾ ਕਿ ਆਪਣੇ ਬੱਚਿਆਂ ਨੂੰ ਮਾफ़ ਨਾ ਕਰੇ। ਸੋ ਸੇਵਾ ਕਰੋ, ਨਾਲ ਦੀ ਨਾਲ 2 ਟਾਈਮ ਮਾफ़ੀ ਮੰਗੋ। ਜੇਕਰ ਕੋਈ ਗਲਤੀ ਹੋਈ ਹੈ ਤਾਂ ਮਾफ़ ਕਰ ਦਿੰਦੇ ਆ। ਸੋ ਇੱਕ ਕਰਮ ਕਰਨਾ ਆ ਕਿ ਵੀਰਵਾਰ ਦੇ ਦਿਨ ਜਾਂ ਫਿਰ ਤੁਸੀਂ ਰੋਜ਼ ਵੀ ਜੇਕਰ ਹੋ ਸਕਦਾ ਹੈ ਤਾਂ ਗੁਲਾਬ ਦੇ ਫੁੱਲ ਥੋੜ੍ਹੇ ਜਿਹੇ ਦਰਗਾਹ 'ਤੇ ਜ਼ਰੂਰ ਚੜਾਓ। ਜੇਕਰ ਘਰ ਵਿੱਚ ਦਰਬਾਰ ਹੈ ਤਾਂ ਘਰ ਵਿੱਚ ਹੀ ਜਗ੍ਹਾ 'ਤੇ ਤੁਸੀਂ ਇਹ ਕਰਮ ਕਰ ਸਕਦੇ ਆ। ਜੇਕਰ ਬਾਹਰ ਜਾਂਦੇ ਹੋ ਕਿਤੇ ਤਾਂ ਬਾਹਰ ਦਰਗਾਹ 'ਤੇ ਵੀਰਵਾਰ ਦੇ ਦਿਨ ਤੁਸੀਂ ਥੋੜ੍ਹੇ ਜਿਹੇ ਗੁਲਾਬ ਦੇ ਫੁੱਲ ਜ਼ਰੂਰ ਚੜਾ ਕੇ ਆਇਆ ਕਰੋ। ਸੋ ਗੁਲਾਬ ਦੇ ਫੁੱਲਾਂ 'ਤੇ ਪੀਰ ਫਕੀਰ ਜਲਦੀ ਖੁਸ਼ ਹੋ ਜਾਂਦੇ ਆ। ਸੋ ਖੁਸ਼ਬੂ ਵੀ ਉਹ ਪਸੰਦ ਕਰਦੇ ਆ, ਸਫਾਈ ਪਸੰਦ ਕਰਦੇ ਆ। ਸੋ ਬਾਕੀ ਜਿਨ੍ਹਾਂ ਦਾ ਮਨ ਸਾਫ਼ ਹੈ ਉੱਥੇ ਪਰਮਾਤਮਾ ਆਪ ਵਾਸ ਕਰਦਾ ਹੈ। ਸੋ ਹਮੇਸ਼ਾ ਹੀ ਮਨ ਦੀ ਸਫਾਈ ਹੋਣੀ ਬਹੁਤ ਜ਼ਰੂਰੀ ਹੈ। ਮਨ ਸਾਫ਼ ਰੱਖੋ, ਮਨ ਸਾਫ਼ ਹੈ ਤਾਂ ਪਰਮਾਤਮਾ ਆਸ-ਪਾਸ ਹੀ ਰਹਿੰਦਾ ਹੈ। ਸੋ ਹਮੇਸ਼ਾ ਹੀ ਇਹਨਾਂ ਗੱਲਾਂ ਦਾ ਧਿਆਨ ਰੱਖਣਾ ਹੈ। ਸੋ ਮੁਰਸ਼ਿਦ ਨੂੰ ਰਾਜੀ ਕਰਨ ਲਈ ਬੁੱਲੇ ਸ਼ਾਹ ਜੀ ਨੇ ਕੀ ਕੁਝ ਨਹੀਂ ਕੀਤਾ, ਸੋ ਆਪਾਂ ਸਾਰੇ ਜਾਣਦੇ ਹਾਂ। ਸੋ ਆਪਾਂ ਤਾਂ ਇੱਕ ਛੋਟਾ ਜਿਹਾ ਕਰਮ ਹੀ ਕਰਨਾ ਆ, ਕਿਉਂਕਿ ਅੱਜ ਦੇ ਸਮੇਂ ਵਿੱਚ ਕੋਈ ਵੀ ਉਹ ਕੰਮ ਨਹੀਂ ਕਰ ਸਕਦਾ ਜੋ ਕਰਮ ਪੁਰਾਣੇ ਪੀਰ ਮੁਰਸ਼ਦ ਕਰ ਗਏ ਨੇ। ਆਪਾਂ ਨੂੰ ਸਿਰਫ ਇੰਨਾ ਹੀ ਕਰਨ ਦੀ ਜ਼ਰੂਰਤ ਆ ਕਿ 2 ਟਾਈਮ ਮਾफ़ੀ ਮੰਗ ਲਈਏ। ਸੋ 2 ਟਾਈਮ ਜੇਕਰ ਮਾफ़ੀ ਮੰਗ ਲੈਂਦੇ ਹੋ ਬੈਠ ਕੇ, ਤਾਂ ਜੋ ਜਾਣੇ ਅਣਜਾਣੇ ਵਿੱਚ ਗਲਤੀਆਂ ਹੋ ਜਾਂਦੀਆਂ, ਭੁੱਲਾਂ ਹੋ ਜਾਂਦੀਆਂ, ਉਹ ਮਾਲਕ ਮਾफ़ ਕਰ ਦਿੰਦਾ ਹੈ। ਸੋ ਜੇਕਰ ਨਹੀਂ ਵੀ ਕੋਈ ਗਲਤੀ ਹੁੰਦੀ, ਤੁਹਾਨੂੰ ਲੱਗਦਾ ਕਿ ਅਸੀਂ ਕਿਤੇ ਵੀ ਨਹੀਂ ਗਲਤ, ਫਿਰ ਵੀ ਤੁਸੀਂ 2 ਟਾਈਮ ਜਦੋਂ ਵੀ ਬੰਦਗੀ ਕਰਦੇ ਹੋ, ਮੱਥਾ ਟੇਕਦੇ ਹੋ ਤਾਂ ਮਾफ़ੀ ਜ਼ਰੂਰ ਮੰਗਣੀ ਆ। ਉਹਦੇ ਨਾਲ ਕੀ ਹੋਵੇਗਾ, ਜੋ ਸਾਡੀ ਕੋਈ ਪਿਛਲੇ ਕਰਮਾਂ ਦੇ ਵਿੱਚ ਸਾਡੇ ਤੋਂ ਕੋਈ ਮਾੜਾ ਕਰਮ ਹੋਇਆ ਆ, ਮਾੜੇ ਕਰਮਾਂ ਦਾ ਕੋਈ ਹਿਸਾਬ ਕਿਤਾਬ ਹੈ, ਉਹ ਕੱਟਿਆ ਜਾਂਦਾ ਹੈ, ਮਾफ़ ਕੀਤਾ ਜਾਂਦਾ ਹੈ। ਚਾਹੇ ਸਹੀ ਹੋ ਚਾਹੇ ਗਲਤ ਹੋ, ਸੋ ਮਾफ़ੀ ਮੰਗਣੀ ਜ਼ਰੂਰ ਬਣਦੀ ਆ। ਸੋ 2 ਟਾਈਮ ਮਾफ़ੀ ਮੰਗੋ, ਮੁਰਸ਼ਦ ਮਾफ़ ਕਰ ਦਿੰਦਾ ਹੈ। ਸੋ ਜੋ ਗਲਤੀਆਂ ਬਹੁਤ ਪੁਰਾਣੀਆਂ ਨੇ ਉਹ ਵੀ ਮਾफ़ ਕਰ ਦਿੰਦਾ ਹੈ। ਸੋ ਆਪਾਂ ਤਾਂ ਸਿਰਫ ਇੱਕ ਮਾफ़ੀ ਹੀ ਮੰਗਣੀ ਆ। ਆਪਾਂ ਨੂੰ ਨਹੀਂ ਪਤਾ ਕਿ ਆਪਾਂ ਕਿੰਨੀਆਂ ਗਲਤੀਆਂ ਜ਼ਿੰਦਗੀ ਵਿੱਚ ਕਰ ਚੁੱਕੇ ਹਾਂ ਹੁਣ ਤੱਕ, ਕਿਉਂਕਿ ਹੁਣ ਜਦੋਂ ਥੋੜ੍ਹੀ ਸਮਝ ਆਈ ਆ ਤੇ ਇਹਨਾਂ ਬਾਰੇ ਪਤਾ ਲੱਗ ਗਿਆ ਹੈ ਕਿ ਗਲਤੀ ਨਹੀਂ ਕਰਨੀ ਚਾਹੀਦੀ, ਕਿਉਂਕਿ ਅਸੀਂ ਮੁਰਸ਼ਦ ਵਾਲੇ ਬਣ ਗਏ ਹਾਂ। ਮੁਰਸ਼ਦ ਨੇ ਗਿਆਨ ਬਖਸ਼ ਦਿੱਤਾ ਹੈ ਤੇ ਇਨਸਾਨ ਗਲਤੀ ਕਰਨ ਲੱਗਾ ਡਰਦਾ ਹੈ। ਸੋ ਜੋ ਆਪਾਂ ਬਿਨਾਂ ਗੁਰੂ ਤੋਂ ਪਹਿਲਾਂ ਆਪਾਂ ਗਲਤੀਆਂ ਕਰ ਲਈਆਂ, ਅਣਜਾਣੇ ਵਿੱਚ ਕੀਤੀਆਂ ਹੋਈਆਂ ਆ, ਸੋ ਉਹਨਾਂ ਦੀ ਮਾफ़ੀ ਚਾਹੁੰਦੇ ਆ ਤਾਂ ਸਿਰਫ ਆਪਾਂ ਮੁਰਸ਼ਦ ਅੱਗੇ ਬੈਠ ਕੇ ਅਰਦਾਸ ਬੇਨਤੀ ਕਰੀਏ, ਮਾफ़ੀ ਮੰਗੀਏ ਤਾਂ ਉਹ ਮਾफ़ ਕਰ ਦਿੰਦਾ ਹੈ। ਸੋ ਹੁਣ ਆਪਾਂ ਇੱਥੇ ਇੱਕ ਹੋਰ ਕਮੈਂਟ ਦੱਸਦੇ ਹਾਂ ਜੀ। ਸੋ ਇੱਥੇ ਕਮੈਂਟਾਂ ਵਿੱਚ ਲਿਖਦੇ ਆ ਕਿ ਜਦੋਂ ਵੀ ਬੰਦਗੀ ਕਰਦੇ ਆ ਤੇ ਅੱਖਾਂ ਵਿੱਚ ਪਾਣੀ ਆ ਜਾਂਦਾ ਹੈ। ਸੋ ਬਹੁਤ ਵਧੀਆ ਸੰਕੇਤ ਹੁੰਦਾ, ਕਿਉਂਕਿ ਅੱਖਾਂ ਪਾਕ ਪਵਿੱਤਰ ਹੋਣੀਆਂ ਸ਼ੁਰੂ ਹੋ ਜਾਂਦੀਆਂ ਆ ਜਦੋਂ ਅੱਖਾਂ ਵਿੱਚ ਪਾਣੀ ਬੰਦਗੀ ਸਮੇਂ ਆਵੇ। ਸੋ ਜਦੋਂ ਬੰਦਗੀ ਕਰਦੇ ਹੋ ਅੱਖਾਂ ਵਿੱਚ ਹੰਝੂ ਆਉਂਦੇ ਆ, ਉਹ ਹੰਝੂ ਤੁਹਾਡੀਆਂ ਅੱਖਾਂ ਨੂੰ ਸਾਫ਼ ਕਰ ਰਹੇ ਆ, ਕਿਉਂਕਿ ਉਹ ਪਰਮਾਤਮਾ ਇਹ ਅੱਖਾਂ ਨੂੰ ਪਾਕ ਪਵਿੱਤਰ ਕਰ ਦਿੰਦਾ ਹੈ। ਸੋ ਜਿਹੜੀਆਂ ਬੰਦਗੀ ਨਾਲ ਜੁੜਦੀਆਂ ਆ, ਚੰਗਾ ਸੁਣਨਾ ਪਸੰਦ ਕਰਦੀਆਂ, ਚੰਗਾ ਦੇਖਦੀਆਂ ਹੈ, ਚੰਗਾ ਕਰਮ ਕਰਦੀਆਂ ਰੂਹਾਂ, ਸੋ ਉਹਨਾਂ 'ਤੇ ਇਹ ਕਰਮ ਹੁੰਦਾ ਹੈ, ਸੰਕੇਤ ਮਿਲਦਾ ਪਰਮਾਤਮਾ ਦੇ ਨਾਲ ਹੋਣ ਦਾ।
ਸੋ ਇਹ ਬਹੁਤ ਹੀ ਵੱਡਾ ਸੰਕੇਤ ਹੈ। ਸੋ ਕੀ ਇਨਸਾਨ ਕਰਦਾ ਹੈ, ਜਦੋਂ ਤਾਂ ਇਹ ਸੰਕੇਤ ਮਿਲਦਾ ਖੁਸ਼ ਹੁੰਦਾ ਹੈ, ਪਰ ਅਗਲੇ ਹੀ ਦਿਨ ਕੋਈ ਨਾ ਕੋਈ ਪਰੇਸ਼ਾਨੀ ਆ ਜਾਂਦੀ ਹੈ ਤੇ ਵਿਸ਼ਵਾਸ ਮਾਲਕ ਤੋਂ ਉਠਾ ਦਿੰਦਾ ਹੈ। ਸੋ ਹਮੇਸ਼ਾ ਵਿਸ਼ਵਾਸ ਬਣਾ ਕੇ ਹੀ ਰੱਖਣਾ ਚਾਹੀਦਾ, ਕਦੇ ਵੀ ਨਾਰਾਜ਼ ਨਾ ਹੋ। ਜੇਕਰ ਕੋਈ ਪਰੇਸ਼ਾਨੀ ਆਉਂਦੀ ਵੀ ਹੈ ਤਾਂ ਸਮਝੋ ਕਿ ਮੁਰਸ਼ਿਦ ਤੁਹਾਡੀ ਕੋਈ ਪ੍ਰੀਖਿਆ ਲੈ ਰਹੇ ਆ ਤੇ ਉਹ ਤੁਹਾਨੂੰ ਆਪਣੇ ਨਾਲ ਜੋੜਨ ਦੀ ਕੋਸ਼ਿਸ਼ ਵੀ ਕਰ ਰਹੇ ਆ, ਤੁਹਾਨੂੰ ਆਪ ਯਾਦ ਕਰ ਰਹੇ ਆ। ਸੋ ਹਮੇਸ਼ਾ ਹੀ ਮਾਲਕ ਦੇ ਚਰਨਾਂ ਨਾਲ ਲੱਗ ਕੇ ਰਹਿਣਾ ਚਾਹੀਦਾ ਤੇ ਅੱਗੇ ਜਾ ਕੇ ਬਹੁਤ ਕੁਛ ਜ਼ਿੰਦਗੀ ਵਿੱਚ ਦੇਖਣ ਨੂੰ ਸੁਣਨ ਨੂੰ ਮਿਲਦਾ ਹੈ। ਸੋ ਬਹੁਤ ਤਰ੍ਹਾਂ ਦੇ ਸੰਕੇਤ ਪਰਮਾਤਮਾ ਦਿੰਦਾ ਹੈ, ਤਾਂ ਵਿਸ਼ਵਾਸ ਰੱਖ ਕੇ ਇਨਸਾਨ ਨੂੰ ਬੈਠ ਜਾਣਾ ਚਾਹੀਦਾ। ਸੋ ਜਿਹੜੇ ਇੱਕ ਦਰਦੇ ਹੋ ਕੇ ਬਹਿ ਜਾਂਦੇ, ਉਹਨਾਂ ਨੂੰ ਖੈਰ ਇੱਕ ਨਾ ਇੱਕ ਦਿਨ ਪਰਮਾਤਮਾ ਜ਼ਰੂਰ ਪਾਉਂਦਾ ਹੈ, ਕਿਉਂਕਿ ਉਹਦੇ ਘਰ ਦੇਰ ਹੈ ਪਰ ਅੰਧੇਰ ਨਹੀਂ। ਸੋ ਉਹ ਹਰ ਇੱਕ ਦੀ ਸੁਣਦਾ ਹੈ। ਸਮਾਂ ਆਉਣ 'ਤੇ ਜਦੋਂ ਉਹਨੂੰ ਲੱਗਦਾ ਹੈ ਕਿ ਇਹ ਸਮਾਂ ਆਉਣ 'ਤੇ ਆਹ ਚੀਜ਼ ਆ, ਕੰਮ ਇਹਨਾਂ ਲਈ ਸਹੀ ਆ, ਉਸ ਸਮੇਂ ਹੀ ਉਹ ਕਰਮ ਕੀਤੇ ਜਾਂਦੇ ਆ। ਪਰਮਾਤਮਾ ਕਰਮ ਹਰ ਇੱਕ 'ਤੇ ਕਰਦਾ ਹੈ, ਨਜ਼ਰ ਹਰ ਇੱਕ 'ਤੇ ਫੇਰਦਾ ਹੈ, ਸਭ ਨੂੰ ਦੇਖਦਾ ਆ ਹਰ ਪਲ ਹਰ ਟਾਈਮ। ਸੋ ਆਪਾਂ ਸਮਝ ਨਹੀਂ ਪਾਉਂਦੇ, ਸੋ ਆਪਾਂ ਅਣਜਾਣ ਆ। ਜੇਕਰ ਆਪਾਂ ਨੂੰ ਇੰਨੀ ਸਮਝ ਹੋਵੇ ਤਾਂ ਆਪਾਂ ਕਦੇ ਵੀ ਪਰਮਾਤਮਾ ਨਾਲ ਕੋਈ ਸ਼ਿਕਾਇਤ ਨਾ ਕਰੀਏ। ਸੋ ਜਦੋਂ ਆਪਣੇ ਕਰਮਾਂ ਬਾਰੇ ਇਨਸਾਨ ਨੂੰ ਪਤਾ ਹੀ ਨਹੀਂ, ਫਿਰ ਵੀ ਪਰਮਾਤਮਾ 'ਤੇ ਰੋਸੇ ਲਾਉਣ ਬੈਠ ਜਾਂਦਾ ਹੈ। ਸੋ ਬਹੁਤ ਕਿਰਪਾ ਹੋਣ ਦੇ ਬਾਵਜੂਦ ਵੀ ਇਨਸਾਨ ਇਹ ਸੋਚਦਾ ਹੈ ਕਿ ਪਰਮਾਤਮਾ ਸਾਡੇ ਲਈ ਕੁਝ ਨਹੀਂ ਕਰਦਾ। ਸੋ ਉਹ ਬਹੁਤ ਕੁਝ ਕਰਦਾ ਹੈ। ਜੇਕਰ ਉਹਨੇ ਧਰਤੀ 'ਤੇ ਭੇਜਿਆ ਹੈ, ਇਸ ਦੁਨੀਆ 'ਤੇ ਭੇਜਿਆ ਹੈ, ਤਾਂ ਕੁਝ ਸੋਚ ਸਮਝ ਕੇ ਹੀ ਪਰਮਾਤਮਾ ਭੇਜਦਾ ਹੈ। ਸੋ ਉਹਨਾਂ ਦੇ ਚਰਨਾਂ ਵਿੱਚ ਹੁਕਮ ਦੇ ਵਿੱਚ ਰਹਿ ਕੇ ਜਿਹੜੇ ਚੱਲਦੇ ਆ, ਸੋ ਉਹ ਤਾਂ ਫਿਰ ਤਰ ਹੀ ਜਾਂਦੇ ਆ। ਸੋ ਗੱਲ ਤਾਂ ਇੰਨੀ ਹੈ ਕਿ ਵਿਸ਼ਵਾਸ ਰੱਖ ਕੇ ਬਹਿਣਾ ਹੀ ਮੁਸ਼ਕਲ ਵਾ। ਜੇਕਰ ਬੈਠ ਜਾਂਦਾ ਹੈ ਤੇ ਉਸ ਤੋਂ ਬਾਅਦ ਫਿਰ ਕੱਲੀ ਚੀਜ਼ ਮੰਗਣ ਦੀ ਕਦੇ ਜ਼ਰੂਰਤ ਨਹੀਂ ਪੈਂਦੀ। ਜਿਹਨੂੰ ਪਰਮਾਤਮਾ ਮਿਲ ਜਾਂਦਾ ਉਹਨੂੰ ਫਿਰ ਸਾਰੇ ਸੁੱਖ ਮਿਲ ਜਾਂਦੇ ਨੇ। ਸੋ ਹੁਣ ਆਪਾਂ ਇੱਥੇ ਇੱਕ ਕਮੈਂਟ ਦੱਸਦੇ ਹੋਏ ਤੇ ਨਾਲ ਦੀ ਨਾਲ ਆਪਾਂ ਵਿਸ਼ਾ ਦੱਸ ਦਈਏ। ਸੋ ਹੁਣ ਇੱਥੇ ਇੱਕ ਕਮੈਂਟ ਦੱਸੀਏ ਜੀ। ਇਹਨਾਂ ਨੇ ਕਮੈਂਟਾਂ ਵਿੱਚ ਲਿਖਿਆ ਹੈ ਕਿ 19-20 ਸਾਲ ਤੋਂ ਅਸੀਂ ਸੇਵਾ ਕਰਦੇ ਹਾਂ ਪੀਰਾਂ ਦੀ, ਪਰ ਪੂਰੇ ਪਰਿਵਾਰ ਦੀ ਸਿਹਤ ਠੀਕ ਨਹੀਂ ਰਹਿੰਦੀ, ਦਰਦਾਂ ਹੁੰਦੀਆਂ ਰਹਿੰਦੀਆਂ, ਸਾਨੂੰ ਕੁਝ ਸਮਝ ਨਹੀਂ ਆਉਂਦਾ। ਸੋ ਦੇਖੋ, ਜੇਕਰ ਕੋਈ ਲੱਗਦਾ ਹੈ ਕਿ ਤੁਹਾਨੂੰ ਸਾਰੇ ਪਰਿਵਾਰ ਨੂੰ ਇਹੋ ਜਿਹੀ ਕੋਈ ਪ੍ਰੋਬਲਮ ਹੈ, ਤਾਂ ਮਾਲਕ 'ਤੇ ਵਿਸ਼ਵਾਸ ਰੱਖ ਕੇ ਉਹਨਾਂ ਦੇ ਚਿਰਾਗਾਂ ਦਾ ਤੇਲ ਵਰਤੋ, ਕਿਉਂਕਿ ਦਵਾਈ ਜਿੱਥੇ ਕੰਮ ਨਾ ਕਰੇ ਉੱਥੇ ਦਵਾ ਕੰਮ ਆਉਂਦੀ ਹੈ। ਸੋ ਪਰਮਾਤਮਾ ਦੇ ਘਰ ਦਾ ਚਿਰਾਗ ਦਾ ਤੇਲ ਜਿਹੜਾ ਆਪਾਂ ਵਰਤਦੇ ਹਾਂ, ਸੋ ਇਹਦੇ ਨਾਲ ਵੱਡੇ ਤੋਂ ਵੱਡੇ ਦੁੱਖ ਹਟ ਜਾਂਦੇ ਆ, ਕਿਉਂਕਿ ਅਸੀਂ ਖੁਦ ਇਹ ਗੱਲਾਂ ਅਜਮਾਈਆਂ ਹੋਈਆਂ ਆ। ਸੋ ਦੂਸਰਾ ਹੁਣ ਇੱਥੇ ਆਪਾਂ ਇੱਕ ਕਰਮ ਇਹਦੇ ਬਾਰੇ ਹੀ ਦੱਸਣਾ ਹੈ। ਸੋ ਕਰਮ ਕੀ ਕਰਨਾ ਹੈ ਕਿ ਜਿਸ ਦਿਨ ਵੀ ਤੁਸੀਂ ਦਰਗਾਹ 'ਤੇ ਜਾਂਦੇ ਹੋ, ਲੱਗਦਾ ਹੈ ਜਿੱਥੇ ਕਿ ਲੰਗਰ ਬਣਦਾ ਹੋਵੇ, ਉੱਥੇ ਇੱਕ ਪੈਕੇਟ ਨਮਕ ਦਾ ਤੁਸੀਂ ਚੜ੍ਹਾ ਆਵੋ। ਸੋ ਆਪਣੇ ਬਜ਼ੁਰਗਾਂ ਨੂੰ ਯਾਦ ਕਰਕੇ, ਘਰ ਵਿੱਚ ਜੇਕਰ ਦਰਬਾਰ ਹੈ ਪਹਿਲਾਂ ਉੱਥੇ ਰੱਖੋ, ਉਹਨਾਂ ਦੀ ਇਜਾਜ਼ਤ ਲਓ, ਬਜ਼ੁਰਗਾਂ ਨੂੰ ਯਾਦ ਕਰੋ, ਅਰਦਾਸ ਬੇਨਤੀ ਕਰਕੇ ਤੁਰੋ, ਤਾਂ ਫਿਰ ਤੁਸੀਂ ਉਸ ਦਰਗਾਹ 'ਤੇ ਚੜਾਉਣਾ ਹੈ ਜਿੱਥੇ ਲੰਗਰ ਲੱਗਦਾ ਹੋਵੇ, ਲੰਗਰ ਚੱਲਦਾ ਹੈ। ਕਿਉਂਕਿ ਲੰਗਰ ਵਿੱਚ ਜਦੋਂ ਵਰਤਿਆ ਜਾਂਦਾ ਹੈ ਨਮਕ, ਤਾਂ ਨਮਕ ਜਿੱਦਾਂ ਜਿੱਦਾਂ ਖੁਰਦਾ ਹੈ ਦੁੱਖ ਵੀ ਕੱਟਿਆ ਜਾਂਦਾ ਹੈ। ਕਿਉਂਕਿ ਨਮਕ ਖਾ ਕੇ ਕੋਈ ਵੀ ਕਹਿੰਦੇ ਹੁੰਦੇ ਨਮਕ ਹਰਾਮੀ ਨਹੀਂ ਕਰਦਾ। ਸੋ ਜਿਹਦੇ ਘਰ ਦਾ ਨਮਕ ਖਾ ਲਿਆ ਉਹ ਵਫਾਦਾਰ ਹੀ ਰਹਿੰਦਾ ਹੈ। ਸੋ ਇਸੇ ਤਰ੍ਹਾਂ ਨਾਲ ਹੈ ਕਿ ਜੇਕਰ ਆਪਾਂ ਲੰਗਰ ਦੇ ਵਿੱਚ ਨਮਕ ਦਾ ਦਾਨ ਪਾਉਂਦੇ ਹਾਂ ਤੇ ਉਹਦੇ ਨਾਲ ਜੋ ਦੁੱਖ ਤਕਲੀਫ ਆ ਉਹ ਹਟ ਜਾਂਦੇ ਨੇ। ਸੋ ਦੂਸਰਾ ਕਰਮ ਇਹ ਸੀਗਾ ਕਿ ਆਪਾਂ ਪਹਿਲਾਂ ਵੀ ਦੱਸ ਚੁੱਕੇ ਹਾਂ ਕਿ ਚਿਰਾਗਾਂ ਦਾ ਤੇਲ ਹੀ ਵਰਤਣਾ ਆ। ਸੋ ਇੱਕ ਗੱਲ ਦਾ ਧਿਆਨ ਰੱਖਣਾ ਹੈ ਕਿ ਜੋ ਚਿਰਾਗਾਂ ਦਾ ਤੇਲ ਵਰਤਣਾ ਹੈ ਉਹ ਕਦੇ ਵੀ ਪੈਰਾਂ ਨੂੰ ਜਾਂ ਲੱਤਾਂ ਨੂੰ ਨਹੀਂ ਲਗਾਉਣਾ। ਸੋ ਇੱਕ ਕਰਮ ਕਰਨਾ ਆ ਕਿ ਜੋ ਚਿਰਾਗ ਦਾ ਤੇਲ ਲੈਂਦੇ ਹੋ, ਸਰੀਰ ਵਿੱਚ ਕਿਤੇ ਵੀ ਕੋਈ ਪ੍ਰੋਬਲਮ ਹੈ, ਜ਼ਰੂਰੀ ਨਹੀਂ ਕਿ ਉੱਥੇ ਹੀ ਆਪਾਂ ਲਗਾਉਣਾ ਹੈ। ਸੋ ਆਪਾਂ ਨਾਭੀ ਵਿੱਚ ਪਾ ਸਕਦੇ ਹਾਂ। ਸੋ 2 ਬੂੰਦਾਂ ਜੇਕਰ ਤੁਸੀਂ ਤੇਲ ਦੀਆਂ ਚਿਰਾਗਾਂ ਦੇ ਦੀਆਂ ਵਰਤਦੇ ਆ, ਨਾਭੀ ਵਿੱਚ ਪਾ ਲੈਂਦੇ ਆ, ਤਾਂ ਇਹਦੇ ਨਾਲ ਹੀ ਸਾਰੇ ਦੁੱਖ ਕੱਟੇ ਜਾਣਗੇ, ਕਿਉਂਕਿ ਸਾਰੇ ਦੁੱਖਾਂ ਦਾ ਇਲਾਜ ਇੱਥੋਂ ਹੀ ਹੋ ਸਕਦਾ ਹੈ।